ਸਵਾਗਤ ਆ ਜੀ ਸਾਰਿਆਂ ਦਾ। ਅੱਜ ਅਸੀਂ ਮਾਸਟਰ ਕੇਡਰ SST ਦੇ ਵਿੱਚ ਖਿਲਜੀ ਵੰਸ਼ ਬਾਰੇ ਪੜ੍ਹਾਂਗੇ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਜਲਾਲੂਦੀਨ ਫਿਰੋਜ਼ ਖਿਲਜੀ, ਜਿਨ੍ਹਾਂ ਦਾ ਸਮਾਂ 1290 ਤੋਂ ਲੈ ਕੇ 1296 AD ਤੱਕ ਸੀ। ਇਹ ਖਿਲਜੀ ਵੰਸ਼ ਦੇ ਸੰਸਥਾਪਕ ਸੀ। 1290 ਵਿੱਚ ਦਾਸ ਵੰਸ਼ ਦੇ ਅੰਤਮ ਸ਼ਾਸਕ ਕੈਕੂਬਾਦ ਦਾ ਕਤਲ ਕਰਕੇ ਇਹਨਾਂ ਨੇ ਖਿਲਜੀ ਵੰਸ਼ ਦੀ ਜਿਹੜੀ ਸਥਾਪਨਾ ਕੀਤੀ ਅਤੇ ਆਪਣੇ ਭਤੀਜੇ ਅਲਾਊਦੀਨ ਨਾਲ ਆਪਣੀ ਪੁੱਤਰੀ ਦਾ ਵਿਆਹ ਕੀਤਾ। ਇਸ ਤੋਂ ਬਾਅਦ ਕੜਾ, ਮਾਨਕਪੁਰ ਅਤੇ ਅਵਧ ਦਾ ਜਿਹੜਾ ਸੂਬੇਦਾਰ ਅਲਾਊਦੀਨ ਖਿਲਜੀ ਨੂੰ ਜਲਾਲੂਦੀਨ ਫਿਰੋਜ਼ ਖਿਲਜੀ ਨੇ ਹੀ ਨਿਯੁਕਤ ਕੀਤਾ ਸੀ। ਅੰਤ ਵਿੱਚ ਜਲਾਲੂਦੀਨ ਫਿਰੋਜ਼ ਖਿਲਜੀ ਦੀ ਜਿਹੜੀ ਹੱਤਿਆ ਅਲਾਊਦੀਨ ਖਿਲਜੀ ਨੇ ਕਰ ਦਿੱਤੀ ਸੀ। ਜਲਾਲੂਦੀਨ ਫਿਰੋਜ਼ ਖਿਲਜੀ ਨੂੰ ਸ਼ਾਂਤੀ ਦੇ ਸਮਝੌਤੇ ਦੀ ਨੀਤੀ ਅਪਣਾਉਣ ਵਾਲਾ ਖਿਲਜੀ ਸ਼ਾਸਕ ਮੰਨਿਆ ਜਾਂਦਾ ਹੈ। ਸਾਡਾ ਅਗਲਾ ਸ਼ਾਸਕ ਅਲਾਊਦੀਨ ਖਿਲਜੀ ਹੈ, ਜੋ ਖਿਲਜੀ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਹੋਇਆ। ਇਹਨਾਂ ਦਾ ਸਮਾਂ 1296 AD ਤੋਂ ਲੈ ਕੇ 1316 AD ਤੱਕ ਅਲਾਊਦੀਨ ਖਿਲਜੀ ਨੇ ਆਪਣਾ ਸ਼ਾਸਨ ਕੀਤਾ। ਇਹਨਾਂ ਦਾ ਮੁੱਢਲਾ ਨਾਂ ਅਲੀ ਗੁਰਸ਼ਪ ਸੀ। ਇਹਨਾਂ ਦੇ ਪਿਤਾ ਦਾ ਨਾਂ ਸਵਾਊਦੀਨ ਖਿਲਜੀ ਸੀ। ਅਲਾਊਦੀਨ ਖਿਲਜੀ ਦਾ ਜਿਹੜਾ ਰਾਜ ਤਿਲਕ ਬਲਬਨ ਦੇ ਲਾਲ ਮਹਿਲ ਵਿੱਚ ਹੋਇਆ ਸੀ। ਇਹਨਾਂ ਦੇ ਸਲਾਹਕਾਰ ਦਾ ਨਾਂ ਅਹਿਮਦ ਚਾਪ ਜਲਾਊਦੀਨ ਸੀ। ਅਲਾਊਦੀਨ ਖਿਲਜੀ ਨੇ ਧਰਮ ਨੂੰ ਰਾਜਨੀਤੀ ਤੋਂ ਅਲੱਗ ਕਰਨ ਵਾਲਾ ਜਿਹੜਾ ਪਹਿਲਾ ਤੁਰਕ ਸੁਲਤਾਨ ਸੀ। ਸਿਕੰਦਰ-ਏ-ਹਿਸ਼ਾਨੀ ਜਾਂ ਵਿਸ਼ਵ ਦਾ ਸੁਲਤਾਨ ਦੀ ਉਪਾਧੀ ਅਲਾਊਦੀਨ ਖਿਲਜੀ ਨੇ ਜਿਹੜੀ ਧਾਰਨ ਕੀਤੀ ਸੀ। ਦੇਵੀ ਅਧਿਕਾਰਾਂ ਵਿੱਚ ਇਹ ਵਿਸ਼ਵਾਸ ਰੱਖਦਾ ਸੀ ਅਤੇ ਈਸ਼ਵਰ ਦਾ ਪ੍ਰਤੀਨਿਧੀ ਸਮਝਦਾ ਸੀ। ਇਸ ਨੇ ਆਪਣੇ ਆਪ ਖਲੀਫਾ ਦਾ ਨਾਇਬ ਦੀ ਜਿਹੜੀ ਪਦਵੀ ਧਾਰਨ ਕੀਤੀ ਹੋਈ ਸੀ। ਇਹ ਸੁਲਤਾਨ ਦੀ ਨਿਰੰਕੁਸ਼ਤਾ ਦਾ ਮਹਾਨ ਸਮਰਥਕ ਸੀ। ਇਸ ਨੇ ਆਪਣੇ ਰਾਜਕਾਲ ਵਿੱਚ ਜਿਹੜੇ ਪ੍ਰਸਿੱਧ ਭਵਨ ਬਣਾਏ ਸਨ। ਦਿੱਲੀ ਵਿੱਚ ਕੁਤਬ ਮੀਨਾਰ ਦੇ ਨੇੜੇ ਜਿਹੜਾ ਅਲਾਈ ਦਰਵਾਜ਼ਾ ਬਣਾਇਆ ਸੀ ਅਤੇ ਦਿੱਲੀ ਵਿੱਚ ਹੀ ਸਿਰੀ ਦਾ ਕਿਲ੍ਹਾ। ਅਲਾਊਦੀਨ ਖਿਲਜੀ ਦੇ ਰਾਜ ਵਿੱਚ ਬਹੁਤ ਸਾਰੇ ਵਿਦਵਾਨ ਹੋਏ ਹਨ। ਉਹਨਾਂ ਵਿੱਚੋਂ ਪ੍ਰਮੁੱਖ ਵਿਦਵਾਨ ਅਮੀਰ ਖੁਸਰੋ ਸੀ, ਜਿਸ ਨੇ ਤਰੀਕ-ਏ-ਇਲਾਹੀ ਅਤੇ ਆਸ਼ਿਕਾ ਰਚਨਾਵਾਂ ਕੀਤੀਆਂ। ਉਹਦੇ ਮਿੱਠੇ ਗੀਤਾਂ ਦੇ ਕਾਰਨ ਉਸ ਨੂੰ ਤੂਤ-ਏ-ਹਿੰਦ ਦੀ ਉਪਾਧੀ ਅਲਾਊਦੀਨ ਖਿਲਜੀ ਨੇ ਦਿੱਤੀ ਸੀ। ਇਸ ਤੋਂ ਅਗਲਾ ਵਿਦਵਾਨ ਅਮਰ ਹਸਨ ਦੇਲਵੀ ਸੀ, ਜਿਸ ਨੂੰ ਅਸਾਧਾਰਨ ਯੋਗਤਾ ਦੇ ਕਾਰਨ ਭਾਰਤ ਦਾ ਸਾਅਦੀ ਕਿਹਾ ਜਾਂਦਾ ਸੀ। ਅਲਾਊਦੀਨ ਖਿਲਜੀ ਨੇ ਆਪਣੇ ਰਾਜ ਨੂੰ ਚਲਾਉਣ ਲਈ ਬਹੁਤ ਸਾਰੇ ਸੁਧਾਰ ਕੀਤੇ, ਜਿਸ ਵਿੱਚ ਸਰਦਾਰਾਂ ਨੂੰ ਸ਼ਕਤੀਹੀਨ ਕੀਤਾ ਗਿਆ। ਵੇਸ਼ਵਾ-ਵਿਰਤੀ 'ਤੇ ਰੋਕ ਲਗਾਉਣ ਵਾਲਾ ਇਹ ਪਹਿਲਾ ਸ਼ਾਸਕ ਸੀ। ਜਗੀਰਦਾਰਾਂ ਤੋਂ ਜਗੀਰਾਂ ਖੋਹੀਆਂ ਗਈਆਂ। ਸ਼ਰਾਬ ਪੀਣ 'ਤੇ ਪਾਬੰਦੀ ਲਗਾ ਦਿੱਤੀ। ਅਮੀਰਾਂ ਦੇ ਵਿਆਹ ਅਤੇ ਆਪਸੀ ਮੇਲ-ਜੋਲ 'ਤੇ ਵੀ ਉਸ ਨੇ ਰੋਕ ਲਗਾ ਦਿੱਤੀ ਅਤੇ ਜਾਸੂਸਾਂ ਦੀ ਨਿਯੁਕਤੀ ਕੀਤੀ ਗਈ, ਜੋ ਉਸ ਨੂੰ ਪਲ-ਪਲ ਦੀ ਖਬਰ ਦਿੰਦੇ ਸਨ। ਹਿੰਦੂਆਂ ਦੇ ਪ੍ਰਤੀ ਕਠੋਰ ਨੀਤੀ ਅਪਣਾਈ। ਵਿਸਪਾ ਨਾਮਕ ਭੂਮੀ ਦੇ ਮਾਪ ਦੀ ਇਕਾਈ ਦਾ ਜਿਹੜੀ ਸ਼ੁਰੂਆਤ ਕੀਤੀ। ਆਰਥਿਕ ਸੁਧਾਰ ਵਿੱਚ ਵਸਤੂਆਂ ਦੇ ਭਾਅ ਨਿਸ਼ਚਿਤ ਕਰ ਦਿੱਤੇ ਗਏ। ਮੰਡੀਆਂ ਦੀ ਸਥਾਪਨਾ ਅਤੇ ਉਹਨਾਂ 'ਤੇ ਕੰਟਰੋਲ ਕੀਤਾ ਗਿਆ। ਬਾਜ਼ਾਰ ਵਿਵਸਥਾ ਦਾ ਸਭ ਤੋਂ ਵੱਡਾ ਅਧਿਕਾਰੀ ਦੀਵਾਨ-ਏ-ਰਿਆਸਤ ਹੁੰਦਾ ਸੀ। ਅਨਾਜ ਮੰਡੀ ਦਾ ਮੁੱਖ ਅਧਿਕਾਰੀ ਸਾਨਾ-ਏ-ਮੰਡੀ ਹੁੰਦਾ ਸੀ। ਸੈਨਿਕ ਸੁਧਾਰ। ਵਿਸ਼ਾਲ ਸਥਾਈ ਸੈਨਾ ਰੱਖਣ ਦੀ ਜਿਹੜੀ ਪਰੰਪਰਾ ਅਲਾਊਦੀਨ ਖਿਲਜੀ ਨੇ ਸ਼ੁਰੂ ਕੀਤੀ। ਸੈਨਿਕਾਂ ਨੂੰ ਨਕਦ ਤਨਖਾਹ ਦੇਣਾ ਵੀ ਅਲਾਊਦੀਨ ਖਿਲਜੀ ਨੇ ਸ਼ੁਰੂ ਕੀਤਾ। ਦਾਗ ਅਤੇ ਚਿਹਰੇ ਦੀ ਪ੍ਰਥਾ ਵੀ ਅਲਾਊਦੀਨ ਨੇ ਆਪਣੇ ਰਾਜ ਵਿੱਚ ਸ਼ੁਰੂ ਕੀਤੀ। ਅਲਾਊਦੀਨ ਖਿਲਜੀ ਨੇ ਆਪਣੇ ਸਾਮਰਾਜ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਾਮਰਾਜ ਨੂੰ 11 ਪ੍ਰਾਂਤਾਂ ਵਿੱਚ ਵੰਡਿਆ ਗਿਆ। ਪ੍ਰਾਂਤ ਦਾ ਮੁਖੀ ਸੂਬੇਦਾਰ ਹੁੰਦਾ ਸੀ, ਜਿਸ ਨੂੰ ਮੁਕਤੀ ਜਾਂ ਵਲੀ ਕਿਹਾ ਜਾਂਦਾ ਸੀ। ਪਰਗਨੇ ਦਾ ਮੁਖੀ
ਆਮਲ ਹੁੰਦਾ ਸੀ। ਕੇਂਦਰ ਸ਼ਾਸਨ ਦੀਵਾਨ-ਏ-ਵਜ਼ਾਰਤ, ਜੋ ਪ੍ਰਧਾਨ ਮੰਤਰੀ ਦੇ ਵਿਭਾਗ ਨੂੰ ਕਹਿੰਦੇ ਸਨ, ਅਤੇ ਵਿਭਾਗ ਦਾ ਮੁਖੀ ਵਜ਼ੀਰ ਹੁੰਦਾ ਸੀ। ਦੀਵਾਨ-ਏ-ਮੁਸਤਖਰਾਜ ਦੀ ਸਥਾਪਨਾ ਕੀਤੀ ਸੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ। ਸਰਾਏ-ਆਦਲ ਜੜੀਆਂ ਬੂਟੀਆਂ ਅਤੇ ਕੱਪੜਿਆਂ ਦਾ ਵਿਭਾਗ ਹੁੰਦਾ ਸੀ। ਦੀਵਾਨ-ਏ-ਆਰਚ ਯੁੱਧ ਅਤੇ ਸੈਨਾ ਦਾ ਵਿਭਾਗ ਹੁੰਦਾ ਸੀ। ਦੀਵਾਨ-ਏ-ਹਿੰਸਾ ਪੱਤਰ ਵਿਹਾਰ ਦਾ ਵਿਭਾਗ ਹੁੰਦਾ ਸੀ। ਦੀਵਾਨ-ਏ-ਰਸਾਲਤ ਵਿਦੇਸ਼ ਮੰਤਰਾਲਾ ਹੁੰਦਾ ਸੀ। ਦੀਵਾਨ-ਏ-ਕਜ਼ਾ ਵਿਭਾਗ ਮੁਕੱਦਮਿਆਂ ਦਾ ਫੈਸਲਾ ਕਰਦਾ ਸੀ। ਦੀਵਾਨ-ਏ-ਰਿਆਸਤ ਬਾਜ਼ਾਰ ਨਿਯੰਤਰਣ ਸੰਬੰਧੀ ਕੰਮਾਂ ਦੀ ਦੇਖਭਾਲ ਕਰਦਾ ਸੀ। ਬਾਜ਼ਾਰ ਤੱਕ ਅਨਾਜ ਦੀ ਪੂਰਤੀ ਲਈ ਵਣਜਾਰਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਨੰਬਰ 7 'ਤੇ ਦੀਵਾਨ-ਏ-ਅਸ਼ਰਫ ਆਮਦਨ ਖਰਚ ਦਾ ਹਿਸਾਬ ਇਹ ਵਿਭਾਗ ਰੱਖਦਾ ਸੀ। ਦੀਵਾਨ-ਏ-ਕੋਹੀ ਇਹ ਖੇਤੀ ਵਿਭਾਗ ਦਾ ਮੁੱਖ ਅਧਿਕਾਰੀ ਹੁੰਦਾ ਸੀ। ਸਾਨਾ-ਏ-ਮੰਡੀ ਇਹ ਅਨਾਜ ਮੰਡੀ ਦਾ ਮੁੱਖ ਅਧਿਕਾਰੀ ਹੁੰਦਾ ਸੀ। ਅਲਾਉਦੀਨ ਖਿਲਜੀ ਨੇ ਆਪਣੇ ਰਾਜ ਵਿੱਚ ਰਾਸ਼ਨ ਪ੍ਰਣਾਲੀ ਵਿਕਸਿਤ ਕੀਤੀ। ਬਾਜ਼ਾਰ ਅਵਸਥਾ ਦਾ ਸਭ ਤੋਂ ਵੱਡਾ ਅਧਿਕਾਰੀ ਦੀਵਾਨ-ਏ-ਰਿਆਸਤ ਹੁੰਦਾ ਸੀ, ਅਤੇ ਕਿਸਾਨਾਂ ਤੋਂ 50% ਭੂਮੀ ਕਰ ਲਿਆ ਜਾਂਦਾ ਸੀ। ਘਰੀ ਕਰ ਜੋ ਘਰਾਂ 'ਤੇ ਲਗਾਇਆ ਜਾਣ ਵਾਲਾ ਕਰ ਹੁੰਦਾ ਸੀ। ਚਾਰੀ ਕਰ ਜੋ ਚਾਰਗਾਹਾਂ 'ਤੇ ਲਗਾਇਆ ਜਾਣ ਵਾਲਾ ਕਰ ਹੁੰਦਾ ਸੀ। ਉੱਤਰੀ ਭਾਰਤ ਦੀਆਂ ਜਿੱਤਾਂ। ਉੱਤਰੀ ਭਾਰਤ ਵਿੱਚ ਅਲਾਉਦੀਨ ਖਿਲਜੀ ਨੇ ਦਿਗਵਿਜੇ ਦੀ ਨੀਤੀ ਅਪਣਾਈ। ਅਲਾਉਦੀਨ ਖਿਲਜੀ ਦੀ ਪਹਿਲੀ ਜਿੱਤ ਮੁਲਤਾਨ ਅਤੇ ਸਿੰਧ ਦੀ ਜਿੱਤ, ਜੋ 1296 ਈਡੀ ਵਿੱਚ ਹੋਈ ਸੀ। ਫਿਰ ਅਲਾਉਦੀਨ ਖਿਲਜੀ ਨੇ ਗੁਜਰਾਤ ਨੂੰ ਜਿੱਤਿਆ 1297 ਈਡੀ ਵਿੱਚ। ਇੱਥੇ ਬੰਗੇਲ ਵੰਸ਼ ਦਾ ਰਾਜਾ ਕਰਨਦੇਵ ਸੀ, ਜਿਸ ਦੀ ਪੁੱਤਰੀ ਕਰਨਦੇਵ ਦੀ ਪੁੱਤਰੀ ਦੇਵਲ ਦੇਵੀ ਸੀ, ਅਤੇ ਇਸੇ ਲੜਾਈ ਵਿੱਚ ਹੀ ਖੰਭਾਤ ਵਿੱਚ ਮਿਲਕ ਕਾਫੂਰ ਨਾਮੀ ਹਿਜੜੇ ਨੂੰ 1000 ਦਿਨਾਰ ਵਿੱਚ ਖਰੀਦ ਲਿਆ ਸੀ, ਜਿਸ ਨੂੰ 1000 ਦਿਨਾਰੀ ਵੀ ਕਿਹਾ ਜਾਣ ਲੱਗਾ। 2 ਨੰਬਰ 'ਤੇ ਰਣਥੰਭੋਰ ਦੀ ਜਿੱਤ, ਇਹ 1299 ਈਡੀ ਤੋਂ ਲੈ ਕੇ 1301 ਈਡੀ ਤੱਕ ਹੋਈ ਸੀ। ਇੱਥੇ ਸ਼ਾਸਕ ਹਮੀਰ ਦੇਵ ਸੀ। ਇਸ ਨੂੰ ਵੀ ਅਲਾਉਦੀਨ ਖਿਲਜੀ ਨੇ ਜਿੱਤ ਲਿਆ ਸੀ। ਨੰਬਰ 3 'ਤੇ ਚਿਤੌੜ ਦੀ ਜਿੱਤ, ਇਹ ਲੜਾਈ 1303 ਈਡੀ ਵਿੱਚ ਹੋਈ ਸੀ। ਇੱਥੇ ਗੋਹਿਲ ਵੰਸ਼ ਦਾ ਰਾਜਾ ਰਤਨ ਸਿੰਘ ਸੀ, ਜਿਸ ਦੀ ਰਾਣੀ ਦਾ ਨਾਂ ਪਦਮਾਵਤੀ ਸੀ। ਮਲਿਕ ਮੁਹੰਮਦ ਜੈਸੀ ਨੇ 1540 ਈਡੀ ਵਿੱਚ ਪਦਮਾਵਤੀ ਇੱਕ ਪੁਸਤਕ ਲਿਖੀ ਸੀ, ਜਿਸ ਵਿੱਚ ਇਸ ਲੜਾਈ ਦਾ ਜ਼ਿਕਰ ਕੀਤਾ ਗਿਆ ਹੈ। ਗੋਰਾ ਅਤੇ ਬਾਦਲ ਨਾਮੀ 2 ਰਾਜਪੂਤ ਇਸੇ ਲੜਾਈ ਵਿੱਚ ਸ਼ਹੀਦ ਹੋਏ ਸਨ। ਅਲਾਉਦੀਨ ਖਿਲਜੀ ਨੇ ਆਪਣੇ ਪੁੱਤਰ ਨੂੰ ਖਿਜ਼ਰ ਖਾਂ ਨੂੰ ਮੇਵਾੜ ਦਾ ਗਵਰਨਰ ਬਣਾਇਆ ਸੀ, ਅਤੇ ਚਿਤੌੜ ਦਾ ਨਾਂ ਖਿਜ਼ਰਾਬਾਦ ਆਪਣੇ ਪੁੱਤਰ ਦੇ ਨਾਂ 'ਤੇ ਰੱਖਿਆ ਗਿਆ ਸੀ। 4 ਨੰਬਰ 'ਤੇ ਮਾਲਵਾ ਦੀ ਜਿੱਤ, 1305 ਈਸਵੀ ਵਿੱਚ ਅਲਾਉਦੀਨ ਖਿਲਜੀ ਨੇ ਮਾਲਵਾ ਸੀ। ਇੱਥੇ ਸ਼ਾਸਕ ਮਹਿਲ ਦੇਵ ਸੀ। 5 ਨੰਬਰ 'ਤੇ ਮਾਰਵਾੜ ਦੀ ਜਿੱਤ, ਇਹ 1308 ਈਡੀ ਵਿੱਚ ਹੋਈ ਸੀ। ਇੱਥੇ ਰਾਜਾ ਪਾਰਮਾਰ ਰਾਜਪੂਤ ਸ਼ੀਤਲ ਦੇਵ ਸੀ। ਇਸ ਨੂੰ ਜਿੱਤਿਆ ਸੀ। ਸਵਾਨ ਦਾ ਕਿਲ੍ਹਾ ਮਾਰਵਾੜ ਦਾ ਪ੍ਰਸਿੱਧ ਕਿਲ੍ਹਾ ਹੈ, ਜਿਸ ਨੂੰ ਤੋੜ ਕੇ ਅਲਾਉਦੀਨ ਖਿਲਜੀ ਨੇ ਇਸ ਨੂੰ ਜਿੱਤਿਆ ਸੀ। 6 ਨੰਬਰ 'ਤੇ ਜਾਲੌਰ ਦੀ ਜਿੱਤ, ਇਹ 1311 ਈਡੀ ਵਿੱਚ ਹੋਈ ਸੀ। ਇੱਥੋਂ ਦਾ ਸ਼ਾਸਕ ਕਨਹੜ ਦੇਵ ਅਲਾਉਦੀਨ ਖਿਲਜੀ ਦੀ ਇਸ ਨੇ ਅਧੀਨਤਾ ਮੰਨ ਲਈ ਸੀ। ਅਲਾਉਦੀਨ ਖਿਲਜੀ ਦੇ ਪ੍ਰਸਿੱਧ ਸੈਨਾਪਤੀ ਹੋਏ ਹਨ ਨੁਸਰਤ ਖਾਂ, ਉਲਗ ਖਾਂ, ਜ਼ਫਰ ਖਾਂ, ਅਲਵ ਖਾਂ। ਇਹਨਾਂ ਸਾਰਿਆਂ ਨੇ ਉੱਤਰੀ ਭਾਰਤ ਵਿੱਚ ਅਲਾਉਦੀਨ ਖਿਲਜੀ ਨੂੰ ਜਿੱਤ ਪ੍ਰਾਪਤ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ। ਦੱਖਣੀ ਭਾਰਤ ਦੀਆਂ ਜਿੱਤਾਂ। ਅਲਾਉਦੀਨ ਖਿਲਜੀ ਪਹਿਲਾ ਮੁਸਲਮਾਨ ਸ਼ਾਸਕ ਸੀ ਜਿਸ ਨੇ ਦੱਖਣੀ ਭਾਰਤ ਨੂੰ ਜਿੱਤਿਆ। ਉਸ ਦਾ ਯੋਗ ਸੈਨਾਪਤੀ ਮਲਿਕ ਕਾਫੂਰ ਨੇ ਉਸ ਨੂੰ ਦੱਖਣੀ ਭਾਰਤ ਵਿੱਚ ਜਿੱਤਣ ਲਈ ਬਹੁਤ ਯੋਗਦਾਨ ਦਿੱਤਾ। ਪਹਿਲੀ ਜਿੱਤ ਦੇਵਗਿਰੀ ਦੀ ਜਿੱਤ ਸੀ, ਜਿਹਦਾ ਸਮਾਂ 1306 ਤੋਂ ਲੈ ਕੇ 1307 ਈਡੀ ਸੀ। ਇੱਥੇ ਸ਼ਾਸਕ ਰਾਮਚੰਦਰ ਸੀ, ਜਿਸ ਨੂੰ ਅਲਾਉਦੀਨ ਖਿਲਜੀ ਨੇ ਹਰਾਇਆ।
ਨੰਬਰ 2 ਤੇ ਵਰੰਗਲ ਦੀ ਜਿੱਤ, ਜੋ 1309 ਤੋਂ ਲੈ ਕੇ 1310 ਏਡੀ ਤੱਕ ਲੜੀ ਗਈ। ਇੱਥੋਂ ਦਾ ਸ਼ਾਸਕ ਪ੍ਰਤਾਪ ਰੁਦਰਦੇਵ ਸੀ, ਜੋ ਕਾਕਤੀਏ ਵੰਸ਼ ਦਾ ਮੁਖੀ ਸੀ। ਨੰਬਰ 3 ਤੇ ਦਵਾਰ ਸਮੁੰਦਰ ਦੀ ਜਿੱਤ, ਇਹ 1311 ਦੇ ਵਿੱਚ ਲੜਾਈ ਲੜੀ ਗਈ। ਇੱਥੇ ਹੇਜਸਲ ਵੰਸ਼ ਦੇ ਵੀਰ ਬਲਾਲ ਤੀਜਾ ਦਾ ਰਾਜ ਸੀ, ਜਿਸ ਨੂੰ ਮਲਿਕ ਕਾਫੂਰ ਨੇ ਹਰਾਇਆ। 4 ਨੰਬਰ 'ਤੇ ਮਦਰਾ ਦੀ ਜਿੱਤ, ਜੋ 1311 ਏਡੀ ਦੇ ਵਿੱਚ ਲੜੀ ਗਈ। ਇੱਥੇ ਸੁੰਦਰ ਪਾਂਡੇ ਤੇ ਵੀਰ ਪਾਂਡੇ ਦੋ ਭਰਾਵਾਂ ਦਾ ਰਾਜ ਸੀ। ਨੰਬਰ 5 'ਤੇ ਦੇਵਗਿਰੀ ਤੇ ਦੁਆਰਾ ਜਿੱਤ, 1311 ਏਡੀ ਵਿੱਚ ਸ਼ਾਸਕ ਸ਼ੰਕਰ ਦੇਵ ਨੂੰ ਹਰਾਇਆ ਸੀ। ਅਲਾਉਦੀਨ ਖਿਲਜੀ ਦੇ ਰਾਜ ਵਿੱਚ ਮੰਗੋਲ ਹਮਲੇ ਸਭ ਤੋਂ ਜ਼ਿਆਦਾ ਹੋਏ ਸਨ। ਪਹਿਲਾ ਹਮਲਾ ਕਾਦਰ ਦਾ ਹਮਲਾ ਸੀ। ਇਹ 1297 ਏਡੀ ਵਿੱਚ ਅਲਾਉਦੀਨ ਖਿਲਜੀ ਦੇ ਰਾਜ ਵਿੱਚ ਇਹਨਾਂ ਨੇ ਕੀਤਾ ਸੀ। ਦੂਸਰਾ ਹਮਲਾ ਸਲਦੀ ਦਾ ਹਮਲਾ ਸੀ, ਜੋ 1299 ਵਿੱਚ ਹੋਇਆ ਸੀ। ਤੀਸਰਾ ਕੁਤਲਗ ਖਵਾਜਾ ਦਾ ਹਮਲਾ, ਜੋ 1299 ਈਸਵੀ ਵਿੱਚ ਹੋਇਆ ਸੀ। ਚੌਥਾ ਹਮਲਾ ਕੁਬਕ ਅਤੇ ਇਕਬਾਲ ਬੰਦ ਦਾ ਹਮਲਾ, ਜੋ 1306 ਈਸਵੀ ਮੰਗੋਲ ਪ੍ਰਦੇਸ਼ ਹੋਏ ਆ, ਕਾਬਲ, ਗਜਨੀ, ਕੰਧਾਰ। ਇਹਨਾਂ 'ਤੇ ਗਾਜੀ ਤੁਗਲਕ ਨੇ ਹਮਲਾ ਕੀਤਾ ਸੀ, ਜੋ ਅਲਾਉਦੀਨ ਖਿਲਜੀ ਦਾ ਸੈਨਾਪਤੀ ਸੀ। ਮੁਬਾਰਕ ਖਾਨ 1316 ਏਡੀ ਵਿੱਚ ਅਲਾਉਦੀਨ ਖਿਲਜੀ ਦੀ ਮੌਤ ਤੋਂ ਬਾਅਦ ਮੁਬਾਰਕ ਖਾਨ ਜਿਹੜਾ ਗੱਦੀ 'ਤੇ ਬੈਠਾ ਸੀ, ਇਹਨਾਂ ਨੇ 1316 ਤੋਂ ਲੈ ਕੇ 1320 ਏਡੀ ਤੱਕ ਰਾਜ ਕੀਤਾ। ਇਸ ਤੋਂ ਅਗਲਾ ਸ਼ਾਸਕ ਜਿਹੜਾ ਹੋਇਆ ਉਹ ਖੁਸਰੋ ਸ਼ਾਹ, ਜੋ ਖਿਲਜੀ ਵੰਸ਼ ਦਾ ਅੰਤਮ ਸ਼ਾਸਕ ਸੀ। ਇਸ ਨੂੰ ਗਾਜੀ ਤੁਗਲਕ ਨੇ ਇਹਦੀ ਹੱਤਿਆ ਕਰਤੀ ਤੇ ਰਾਜ ਗੱਦੀ 'ਤੇ ਬੈਠ ਕੇ ਤੁਗਲਕ ਵੰਸ਼ ਦੀ ਜਿਹੜੀ ਸਥਾਪਨਾ ਕੀਤੀ। ਧੰਨਵਾਦ।